सरकारी बंदियां द्वारा आख्या गया, मैं नाम नहीं लेंदा किसी का, उन्होंने द्वारा आख्या गया है कि पंत नगर विच किसान ने उद्योग करने वास्ते फसल लई है, मतलब वो व्यापारी है ना कि वो किसान है। असीं उहदा धान खाद का यूटिलाइज की है, किसानां ने चाह च पानी है या रोटी च ਜਿਵੇਂ ਦੱਸਿਆ ਖਾਦ ਦਾ ਯੂਟਿਲਾਈਜ਼ ਕੀਤੇ ਹੋਰ ਵੀ ਕੰਮਾਂ ਤੇ ਪਹਿਲਾਂ ਕੀਤਾ ਜਾ ਰਿਹਾ ਸੀ। ਹੁੰਦਾ ਹੈ ਉਹਨਾਂ ਫੈਕਟਰੀਆਂ ਤੇ ਇਹਨਾਂ ਨੂੰ ਤਾਲੇ ਲਾਵਣ, ਉਹਨਾਂ ਫੈਕਟਰੀਆਂ ਦੀ ਦੇਖ ਰੇਖ ਸਖਤਾਈ ਵਰਤਣੀ, ਉਹਨਾਂ ਦਾ ਡਿਪਾਰਟਮੈਂਟ ਬਦਲ, ਉਹਨਾਂ ਨੂੰ ਦੇਵਣ ਨਾ 2000 ਦਾ ਕੱਟਾ, ਕਿਹਨੇ ਮਨਾ ਕੀਤਾ? ਸਰਕਾਰ ਨੇ ਰੱਖਿਆ MSP ਰੇਟ 1940 ਦਾ, ਉਸ ਨੀਤੀਆਂ ਦੇ ਆਧਾਰਾਂ ਤੇ ਕਿਸਾਨਾਂ ਨੂੰ ਉਤਨਾ ਲਾਭ ਨਹੀਂ ਮਿਲ ਪਾ, ਕਿਉਂਕਿ ਉਹਨਾਂ ਨੇ ਜਿਹੜੇ ਕੰਡੇ ਲਾਏ ਹਨ ਉਸ ਕੰਡਿਆਂ ਤੇ ਉਹ ਆਂਦੇ ਨੇ ਕਿ ਧਾਨ ਸਾਨੂੰ ਸੁੱਕਾ ਮਿਲ ਕੇ ਆਵੇ, ਉਹਦਾ ਮੋਇਸਚਰ 17% ਹੋ ਕੇ ਆਵੇ। ਔਰ ਇਸ ਮੌਸਮ ਦੇ ਅੰਦਰ ਤੁਸੀਂ ਲਾਓ, ਅਗਰ ਕਿਸਾਨ ਉਹ 17% ਮੋਇਸਚਰ ਦੇ मतलब पॉसिबल नहीं है किसी वो तो बिल्कुल पॉसिबल नहीं है। और किसी किसानों ने जिन्होंने बहुत पका के कटाया भी है, उन्होंने उस चीज़ का लाभ सरकार वालों नहीं मिल पाता। कल पेपर फिर डिकलेयर होया कि किसी राइस मिलर के द्वारा सुपर फाइन धान की पर्चियाँ कटाइया गई, मोटा धान उत्थे सुकने पाया गया और दुनिया भर की धांधलेबाजी करते हैं लोग। ਅੱਜ ਖਾਦ ਉਸੇ ਰੇਟ ਹੈ, ਡੀਜ਼ਲ ਕਿਸ ਰੇਟ ਜਾ ਰਿਹਾ ਹੈ, ਸਾਰੀ ਦੁਨੀਆ ਨੂੰ ਪਤਾ ਹੈ। ਰੇਟ ਅੱਜ ਤੋਂ ਤੁਸੀਂ ਸਾਡੇ ਖਾਤੇ ਪੁਰਾਣੇ 'ਚ ਆ ਕੇ ਵੇਖ ਲਓ, 10 ਸਾਲ ਪਹਿਲੇ 1500 ਰੁਪਏ ਬਾਜ਼ਾਰੇ धान ਵਿਕਦਾ ਸੀ, ਅੱਜ ਵੀ 1500 ਵਿਕਦਾ, ਤੇ ਕਿਸਾਨ ਤੇ ਕਿੱਥੋਂ ਜਿੰਦਾ ਰਹਿ ਪਾਏਗਾ? ਜਿਸ ਦਿਲ ਰੋ ਕੇ ਬੋਲ ਰਿਹਾ ਭਾਈ, ਜਿਹੜੀ ਚੀਜ਼ ਜਿੱਥੇ ਹੋਣੀ ਹੈ, ਅਗਰ ਇੱਥੇ ਮੈਂ ਤਾਂ ਨਹੀਂ ਆਖ ਸਕਦਾ ਕਿ ਮੂੰਗਫਲੀ ਲਾ ਲਵਣ, ਮੂੰਗਫਲੀ ਆਂਧਰ ਪ੍ਰदेश 'ਚ ਪੋਸੀਬਲ ਹੈ, ਲੇਕਿਨ ਜਿਹੜੀ ਚੀਜ਼ ਜਿੱਥੇ ਪੈਦਾ ਹੋਏਗੀ ਤਾਂ ਉੱਥੇ ਨਾ। ਲੇਕਿਨ ਇਤਨੀ ਬੇਕਦਰੀ ਵੇਖ ਕੇ ਬੜਾ ਦਿਲ ਇਸ ਟਾਈਮ ਰੋਂਦਾ। ਉਹਨਾਂ ਦੀ ਉਮੀਦ ਹੋਣੀ ਹੈ ਕਿ ਹੁਣ ਭਾਜਪਾ ਦੀ ਥਾਂ ਤੇ ਸ਼ਾਇਦ ਕਾਂਗਰਸ ਦੀ ਸਰਕਾਰ ਆਵੇ। ਉਹ ਆਪਦੇ ਆਪ ਨੂੰ ਮਾਈਂਡ ਸੈੱਟ ਕਰ ਰਹੇ ਹਨ, ਇਹਦਾ ਮਤਲਬ ਜਨਤਾ ਤਾਂ ਮੂਰਖ ਹੈ, ਜੋ ਉਹਨਾਂ ਦਾ ਮਨ ਕਰਦਾ ਉਹ ਵੱਡੇ ਲਿੱਤਲ ਹੋ ਗਈ ਉਹ ਕਰਦੇ ਨੇ। ਕਾਰ MSP ਰੇਟ ਤੇ ਖਰੀਦ ਕਰ ਰਹੀ ਹੈ, ਤੁਸੀਂ ਦੱਸੋ ਕਿੰਨੇ ਕੁ ਪ੍ਰਤੀਸ਼ਤ MSP ਰੇਟ ਦੇ ਖਰੀਦ? ਇਹਨਾਂ ਤੋਂ ਤੁਸੀਂ ਅਗਰ ਜੁਮਲੇਬਾਜ਼ੀ ਕਰਾਓਗੇ, ਗੱਲਾਂ ਕਰਾਓਗੇ ਤੇ ਤਾਕਣਗੇ ਹਮਾਰੇ ਕਾਂਟੇ पे इतना, हमारे कांटे पे आप कितना, हमारे पे कुछ भी नहीं नांदे वसदा। ਹਰਵਿੰਦਰ ਜੀ, ਬਿਲਾਸਪੁਰ ਤਹਿਸੀਲ ਤੇ ਬਹਿੜੀ ਤਹਿਸੀਲ, ਇਹ ਦੋ ਤਹਿਸੀਲਾਂ ਦਾ ਜਿੰਨਾ ਸੀਮਾਂਤ ਏਰੀਆ ਆਪਣੇ ਉੱਤਰਾਖੰਡ ਦੇ ਊਧਮ ਸਿੰਘ ਨਗਰ ਬਹਿਣਾ ਲੱਗਦਾ, ਸਾਰਾ ਟੋਟਲ ਧਾਨ ਸਾਡੀ ਮੰਡੀ 'ਚ ਆਉਂਦਾ, ਟੋਟਲ ਧਾਨ ਇਸ ਮੰਡੀ 'ਚ ਆਉਂਦਾ। ਔਰ ਉਸ ਧਾਨ ਦੇ ਪਾਰੂ ਸਾਨੂੰ ਇਹਨਾਂ ਨੇ ਹਾਲੀ ਗਵਰਨਮੈਂਟ ਨੇ ਕੋਈ ਪੋਰਟਲ ਨਹੀਂ ਖੋਲ੍ਹਿਆ। ਔਰ यूपी ਵਾਲੇ ਧਾਨ ਨੂੰ ਸਰਕਾਰ, ਉੱਤਰਾਂਚਲ ਦੀ ਸਰਕਾਰ ਜਾਂ ਊਧਮ ਸਿੰਘ ਨਗਰ ਦੇ ਆਖਣ ਕਿ ਅਸੀਂ ਇਹ UP ਵਾਲਾ ਧਾਨ ਸਾਡੇ ਪੋਰਟਲ ਤੇ ਨਹੀਂ ਪਕੜਦਾ। ਕਿਉਂ ਨਹੀਂ ਪਕੜਦਾ? ਅਗਰ ਉਹ ਕਿਸਾਨ ਇੱਥੇ ਧਾਨ ਲੈ ਕੇ ਆਇਆ, ਉਹਦਾ ਕਿਸਾਨ ਸਾਡਾ ਆੜ੍ਹਤੀਆਂ ਦਾ ਚੋਲੀ ਦਾਮਨ ਦਾ ਸਾਥ ਹੈ। ਤੁਸੀਂ ਦੇਖ ਰਹੇ ਹੋ ਸਿੱਖ ਸੰਗਤ ਨਿਊਜ਼, ਮੈਂ ਤੁਹਾਡਾ ਆਪਣਾ ਹਰਵਿੰਦਰ ਸਿੰਘ ਚਾਵਲਾ ਇੱਕ ਵਾਰ ਫਿਰ ਤੁਹਾਡੇ ਨਾਲ ਰੂਬਰੂ ਹੈਗਾ। ਪਿਆਰੇ ਦਰਸ਼ਕੋ, ਤਰਾਈ ਦੀ ਬੈਲਟ ਦੇ ਵਿੱਚ ਬਹੁਤ ਜ਼ਿਆਦਾ ਬਰਸਾਤ ਹੋ ਰਹੀ ਹੈ ਤੇ ਨਾਲ ਦੇ ਨਾਲ ਕਿਸਾਨਾਂ ਵੱਲੋਂ ਵੀ ਕਈ ਸ਼ਿਕਾਇਤਾਂ ਆ ਰਹੀਆਂ ਨੇ ਕਿ ਜਿਹੜੀ ਧਾਨ ਦੀ ਫਸਲ ਤਿਆਰ ਹੈ, ਉਹਨਾਂ ਦੇ ਲਈ ਕੋਈ ਸਰਕਾਰਾਂ ਵੱਲੋਂ ਇੰਤਜ਼ਾਮਾਤ ਨਹੀਂ ਕੀਤੇ ਗਏ, ਜਿਹਦੇ ਕਰਕੇ ਉਹਨਾਂ ਦੀ ਫਸਲਾਂ ਰੁਲ ਰਹੀਆਂ ਨੇ। ਸੋ ਅਜੇ ਲਗਭਗ 20-25% ਧਾਨ ਦੀ ਫਸਲ ਜਿਹੜੀ ਹੈ ਉਹ ਘਟ ਚੁੱਕੀ ਹੈ ਤੇ ਪਿਛਲੇ ਇੱਕ ਦਿਨ ਤੋਂ ਬਹੁਤ ਜ਼ਿਆਦਾ ਬਰਸਾਤ ਹੋ ਰਹੀ ਹੈ, ਅੱਜ ਵੀ ਬਹੁਤ ਜ਼ਿਆਦਾ ਬਰਸਾਤ ਹੋ ਰਹੀ ਹੈ। ਸੋ ਸਰਕਾਰਾਂ ਵੱਲੋਂ ਜਿਹੜੀ ਸਾਰ ਨਹੀਂ ਲਈ ਜਾ ਰਹੀ, ਉਹਦੇ ਤੋਂ ਰਿਲੇਟਡ ਹੀ ਅਸੀਂ ਚਰਚਾ ਕਰਾਂਗੇ। ਰੁਦਰਪੁਰ ਤੋਂ ਸਾਡੇ ਨਾਲ ਮੌਜੂਦ ਨੇ ਆੜਤੀ ਐਸੋਸੀਏਸ਼ਨ ਦੇ ਅਧਿਕਸ਼ ਹੈਗੇ ਨੇ ਰਾਜੇਸ਼ ਕੁਮਾਰ ਬੱਲੂਗੀਗ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬੱਲੂਗੀਗ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਹਰਵਿੰਦਰ ਜੀ। ਬੱਲੂ ਭਾਜੀ, ਕਿਸਾਨਾਂ ਵੱਲੋਂ ਬਹੁਤ ਸ਼ਿਕਾਇਤਾਂ ਆ ਰਹੀਆਂ ਨੇ ਕਿ ਸਰਕਾਰਾਂ ਵੱਲੋਂ ਕੋਈ ਇੰਤਜ਼ਾਮ ਨਹੀਂ ਕੀਤੇ ਗਏ, ਲੇਕਿਨ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਕਿਸਾਨਾਂ ਦੇ ਲਈ ਸਾਰੀ ਸਹੂਲਤਾਂ ਇੱਥੇ ਹੈਗੀਆਂ ਨੇ। ਸੋ ਵਾਸਤਵਿਕਤਾ ਕੀ ਹੈ, ਸੱਚਾਈ ਕੀ ਹੈ, ਤੁਸੀਂ ਜ਼ਰੂਰ ਦੱਸੋ ਸਾਡੇ ਦਰਸ਼ਕਾਂ ਨੂੰ। ਹਰਵਿੰਦਰ ਜੀ, ਪਹਿਲੇ ਵੀ ਤੁਹਾਡੇ ਸਿੱਖ ਸੰਗਤ ਚੈਨਲ ਦੇ ਮਾਧਿਅਮ ਨਾਲ ਆਪਣੀ 2-3 ਤੁਸੀਂ ਮੇਰੇ ਨਾਲ ਮੁਲਾਕਾਤ ਹੋਈ ਹੈ, ਆਪਣਾ ਇੰਟਰਵਿਊ ਹੋਇਆ ਤੇ ਆਪਾਂ ਪਹਿਲੇ ਜਦੋਂ ਕਿਸਾਨਾਂ ਦਾ ਅੰਦੋਲਨ ਹੋਇਆ ਸੀ ਉਸ ਦੌਰਾਨ ਵੀ ਅਵਗਤ ਕਰਾਇਆ ਸੀ। ਅੱਜ ਇਸ ਟਾਈਮ ਧਾਨ ਦਾ ਭਾਰਾ ਸੀਜ਼ਨ ਹੈ ਔਰ ਸਰਕਾਰ ਦੀ ਜਿਹੜੀ ਨੀਤੀਆਂ ਹਨ, ਸਰਕਾਰ ਨੇ ਰੱਖਿਆ MSP ਰੇਟ 1940 ਦਾ, ਉਸ ਨੀਤੀਆਂ ਦੇ ਆਧਾਰਾਂ ਤੇ ਕਿਸਾਨਾਂ ਨੂੰ ਉਤਨਾ ਲਾਭ ਨਹੀਂ ਮਿਲ ਪਾ ਰਿਹਾ। ਕਾਰਨ ਕਿਉਂ ਨਹੀਂ ਮਿਲ ਪਾ ਰਿਹਾ? ਕਾਰਨ ਇਹ ਹੈ ਕਿਉਂਕਿ ਉਹਨਾਂ ਨੇ ਜਿਹੜੇ ਕੰਡੇ ਲਾਏ ਹਨ ਉਸ ਕੰਡਿਆਂ ਤੇ ਉਹ ਆਂਦੇ ਨੇ ਕਿ ਧਾਨ ਸਾਨੂੰ ਸੁੱਕਾ ਮਿਲ ਕੇ ਆਵੇ, ਉਹਦਾ ਮੋਇਸਚਰ 17% ਹੋ ਕੇ ਆਵੇ। ਔਰ ਇਸ ਮੌਸਮ ਦੇ ਅੰਦਰ ਤੁਸੀਂ ਲਾਓ, ਅਗਰ ਕਿਸਾਨ ਉਹ 17% ਮੋਇਸਚਰ ਦੇ मतलब पॉसिबल नहीं है किसी वो तो बिल्कुल पॉसिबल नहीं है। और किसी किसानों ने जिन्होंने बहुत पका के कटाया भी है, उन्होंने उस चीज़ का लाभ सरकार वालों नहीं मिल पाता। सरकार की नीतियाँ खाली कागजी हैं, कागजी कार्रवाई करदियाँ जिनके नाल ऐसा जिहा हुंदा। नहीं, ਅਸੀਂ ਥੋੜ੍ਹੇ ਦਿਨ ਪਹਿਲਾਂ ਕਿਸਾਨ ਇੱਥੇ ਭਾਜਪਾ ਨੇਤਾ ਜਿਹੜੇ ਹੈਗੇ ਆ ਉਹਨਾਂ ਨਾਲ ਰੂਬਰੂ ਹੋਏ ਸੀ। ਉਹਨਾਂ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਨੇ ਕਿ ਇੱਕ ਦਾਣਾ ਜਿਹੜਾ ਹੈ
ਭਾਵੇਂ MSP ਤੇ ਖਰੀਦਿਆ ਜਾਏਗਾ, ਹਰ ਜਿਸ ਤਰ੍ਹਾਂ ਦੀ ਵੀ ਕਿਸਾਨ ਚਾਹੁੰਦੇ ਨੇ ਉਸ ਤਰ੍ਹਾਂ ਖਰੀਦਿਆ ਜਾਏ। ਕੀ ਉਹਨਾਂ ਦੇ ਦਾਅਵੇ ਕੀ ਬਿਲਕੁਲ ਹਵਾ ਹਵਾਈ ਨੇ? ਬਿਲਕੁਲ ਸਭ ਹਵਾਈ ਹੈ ਜੀ। 410 ਕੁਇੰਟਲ, ਤੁਸੀਂ ਕੱਲ ਦਾ ਪੇਪਰ ਪੜੋ, 410 ਕੁਇੰਟਲ ਹਲਦੀ ਕੰਡੇ ਤੇ ਤੋਲਿਆ ਸੀਗਾ। ਉਹਦੇ 'ਚ ਕੱਲ ਪੇਪਰ ਫਿਰ ਡਿਕਲੇਅਰ ਹੋਇਆ ਕਿ ਕਿਸੇ ਰਾਈਸ ਮਿਲਰ ਦੇ ਦੁਆਰਾ ਸੁਪਰਫਾਈਨ ਧਾਨ ਦੀ ਪਰਚੀਆਂ ਕਟਾਈਆਂ ਗਈਆਂ, ਮੋਟਾ ਧਾਨ ਉੱਥੇ ਸੁੱਕਣੇ ਪਾਇਆ ਗਿਆ, ਔਰ ਦੁਨੀਆ ਭਰ ਦੀ ਧਾਂਦਲੇਬਾਜ਼ੀ ਕਰਦੇ ਨੇ ਲੋਕ। ਔਰ ਕਿਉਂ ਕਰਦੇ ਨੇ? ਉਹ ਸਾਨਾ ਉਹਨਾਂ ਦੇ ਤਾਂ 10-20 ਰੁਪਏ 50 ਰੁਪਏ ਕੁਇੰਟਲ ਸਿੱਧੇ ਹੋ ਜਾਂਦੇ ਨੇ, ਕਿਸੇ ਆੜਤੀ ਨਾਲ ਵੀ ਮਿਲ ਜਾਣ, ਕੱਚੇ ਆੜਤੀਆਂ ਲਾਇਸੈਂਸਦਾਰੀ ਨਾਲ, ਕਿਸੇ ਨੇ ਸੈਟਿੰਗ ਕਰਨ। ਲੇਕਿਨ ਇਹਦਾ ਸ਼ੋਸ਼ਣ ਤਾਂ ਕਿਸਾਨ ਦਾ ਹੁੰਦਾ ਨਾ। ਅਗਰ ਕਿਸਾਨ ਦਾ ਧਾਨ ਉਹਨੂੰ ਵਾਜਿਬ ਦਾਮ ਮਿਲੇਗਾ ਤਾਂ ਕਿਸਾਨ ਕੋਈ ਮੂਰਖ ਥੋੜੀ ਜਿਹੜਾ ਸੜਕਾਂ ਤੇ ਬਹਿ ਕੇ ਅੰਦੋਲਨ ਕਰੇਗਾ। ਅੱਜ ਖਾਦ ਉਸੇ ਰੇਟ ਹੈ, ਡੀਜ਼ਲ ਕਿਸ ਰੇਟ ਜਾ ਰਿਹਾ ਹੈ, ਸਾਰੀ ਦੁਨੀਆ ਨੂੰ ਪਤਾ ਹੈ। ਰੇਟ ਅੱਜ ਤੋਂ ਤੁਸੀਂ ਸਾਡੇ ਖਾਤੇ ਪੁਰਾਣੇ 'ਚ ਆ ਕੇ ਵੇਖ ਲਓ, 10 ਸਾਲ ਪਹਿਲੇ 1500 ਰੁਪਏ ਬਾਜ਼ਾਰੇ ਧਾਨ ਵਿਕਦਾ ਸੀ, ਅੱਜ ਵੀ 1500 ਵਿਕਦਾ। ਤਾਂ ਕਿਸਾਨ ਦੀ ਕਿੱਥੋਂ ਜਿੰਦਾ ਰਹਿ ਪਾਏਗਾ? ਕਿਸਾਨ ਨੂੰ ਜਿੰਦਾ ਅਗਰ ਸਰਕਾਰਾਂ ਦੀ ਪਾਲਿਸੀ ਹੈ ਤਾਂ ਉਹਦਾ ਰੇਟ ਦੇਵਣ। ਮੇਰਾ ਤਾਂ ਇੱਕ ਕਿਸਾਨਾਂ ਨੂੰ ਇਹ ਮੈਸੇਜ ਆਉਂਦਾ, ਕਈ ਵਾਰੀ ਅੰਦਰ ਦਿਲ ਜਾਂਦਾ, ਅੰਦਰ ਰੋਂਦਾ ਹੈ ਕਿਸਾਨਾਂ ਦੇ ਹਾਲਾਤ ਵੇਖ ਕੇ। ਮਨ ਕਰਦਾ ਕਿ ਕਿਸਾਨਾਂ ਨੂੰ ਤਾਂ ਧਾਨ ਤੇ ਕਣਕ ਦੀ ਫਸਲ ਹੀ ਨਹੀਂ ਲਾਣੀ ਚਾਹੀਦੀ। ਇਹ ਕੁਝ ਹੋਰ ਹੀ ਲਾਵਾਂ ਜਿਹਦੇ ਨਾਲ ਕਮ ਸੇ ਕਮ ਸਰਕਾਰ ਨੂੰ ਮਹਿਸੂਸ ਹੋਵੇ ਕਿ ਸਾਡੇ ਕੋਲ ਤਾਂ ਅਨਾਜ ਹੀ ਖਤਮ ਕਰਤਾ ਇਹਨਾਂ ਨੇ। ਬਿਲਕੁਲ ਥੋੜਾ ਜਿਹਾ ਚੇਂਜ ਕਰਨ ਦੀ ਲੋੜ ਹੈ, ਜਿੱਥੋਂ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਹੈ ਤੇ ਉਹਨਾਂ ਨੂੰ ਵੀ ਪਾਲਿਸੀ ਚੇਂਜ ਕਰਨ ਦੀ ਲੋੜ ਹੈ। ਬਿਲਕੁਲ ਬਿਲਕੁਲ, ਕੁਝ ਹੋਰ ਲਾ ਦੇਵਣ। 100 ਆਪਸ਼ਨ ਇਹਨਾਂ ਦੇ ਕੋਲ, ਕਦੀ ਉਰਦ ਲਾਵਾਂ। ਹੁਣ ਤਰਾਈ ਦੀ ਜਿਹੜੀ ਆਪਾਂ ਜ਼ਮੀਨ ਹੈਗੀ ਹੈ, ਜੇ ਉਹ ਧਾਨ ਤੇ ਉਹਦੇ ਕਣਕ ਦਾ ਉਹ ਇੱਕ ਤਰ੍ਹਾਂ ਦੀ ਉਹਦੇ ਨਾਲ ਰਮੀ ਹੋਈ ਹੈ, ਤੇ ਉਹ ਫਿਰ ਨਵੀਂ ਕਿਸ ਫਸਲਾਂ ਤੇ ਵੀ ਉਹਨਾਂ ਨੂੰ ਰਿਸਕ ਨਹੀਂ ਹੋਏਗਾ? ਬਿਲਕੁਲ ਹੋਏਗਾ, ਲੇਕਿਨ ਇਸ ਬੇਕਦਰੀ ਨੂੰ ਵੇਖਣ ਤੇ ਨਾ ਦਿਲ ਰੋ ਕੇ ਬੋਲ ਰਿਹਾ ਭਾਈ, ਜਿਹੜੀ ਚੀਜ਼ ਹੈ ਜਿੱਥੇ ਹੋਣੀ ਹੈ। ਅਗਰ ਇੱਥੇ ਮੈਂ ਤਾਂ ਨਹੀਂ ਆਖ ਸਕਦਾ ਕਿ ਮੂੰਗਫਲੀ ਲਾ ਲਵਣ, ਮੂੰਗਫਲੀ ਆਂਧਰ ਪ੍ਰदेश 'ਚ ਪੋਸੀਬਲ ਹੈ, ਲੇਕਿਨ ਜਿਹੜੀ ਚੀਜ਼ ਜਿੱਥੇ ਪੈਦਾ ਹੋਏਗੀ ਤਾਂ ਉੱਥੇ ਨਾ। ਲੇਕਿਨ ਇਤਨੀ ਬੇਕਦਰੀ ਵੇਖ ਕੇ ਬੜਾ ਦਿਲ ਇਸ ਟਾਈਮ ਰੋਂਦਾ। ਔਰ ਤੁਸੀਂ ਹੁਣ ਮੌਸਮ ਵੇਖੋ, ਇਸ ਟਾਈਮ ਉਤੋਂ ਰੱਬ ਦੀ ਮਾਰ ਹੈ। ਕਿਆ ਕਿਸਾਨ ਕਰੇਗਾ ਬਾਊ ਜੀ? ਸਾਡਾ ਤਾਂ ਕਿਸਾਨਾਂ ਦਾ ਤਾਂ ਚੋਲੀ ਦਾਮਨ ਦਾ ਸਾਥ ਹੈ। ਅਸੀਂ ਕਮਿਸ਼ਨ ਸਰਕਾਰਾਂ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਮਤਲਬ ਸਰਕਾਰ ਇੰਨੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਆਮ ਤੌਰ ਤੇ ਅਸੀਂ ਚੈਨਲਾਂ ਤੇ ਵੇਖ ਰਹੇ ਹਾਂ ਉਹਨਾਂ ਨੂੰ ਇੰਨੇ ਵੱਡੇ ਵੱਡੇ ਦਾਅਵੇ ਕਰਕੇ ਕਿਸਾਨਾਂ ਨੂੰ ਚੁੱਪ ਕਰਾ ਦਿੰਦੇ ਨੇ ਕਿ ਉਹ ਜਿਸ ਤਰ੍ਹਾਂ ਦੇ ਦਾਅਵੇ ਕਰਦੇ ਨੇ, ਤੇ ਮਤਲਬ ਧਰਾਤਲ ਤੇ ਕੀ ਸਾਰਾ ਨਹੀਂ ਹੈ? ਕੁਛ ਨਹੀਂ ਜੀ, ਸਾਰੇ ਝੋਲਾ ਛਾਪ ਪੈਣ। ਹੁਣ ਤੁਸੀਂ ਸਰਕਾਰ ਨੂੰ ਵੇਖੋ, ਕੱਲ ਤੱਕ ਮੰਤਰੀ ਆਰਿਆ ਜੀ ਬਣੇ ਹਨ, ਪਿਓ ਪੁੱਤਰ। ਉਹ ਆਪਾਂ ਹੀ ਜਨਤਾ ਹੈਗੇ ਆ। ਮੈਂ ਤਾਂ ਹੁਣ ਆਪਦੇ ਆਪ ਨੂੰ ਸੋਚਾਂਗਾ ਕਿ ਅਸੀਂ ਜਨਤਾ ਮੂਰਖ ਹੈ। ਸਾਨੂੰ ਇੱਕ ਵਾਰ ਅਸੀਂ ਹੱਥ ਦੇ ਪੰਜੇ ਨੂੰ ਮੋਰ ਲਾਣੇ, ਅਗਲੀ ਵਾਰ ਅਸੀਂ ਕਮਲ ਦੇ ਫੁੱਲ ਲਾਣੇ। ਉਹੀ ਉਹ ਨੇਤਾ ਤੀਜੀ ਵਾਰੀ ਫਿਰ ਹੱਥ ਦੇ ਪੰਜੇ ਚਾਹੁੰਦਾ, ਫਿਰ ਉਹਨੂੰ ਜਿਤਾ ਕੇ ਕੇਂਦਰ 'ਚ ਲਿਆਵਾਂਗੇ। ਇਹਨਾਂ ਦਾ ਨਿਸ਼ਾਨਾ ਪ੍ਰਦਰਸ਼ਕ ਮੈਂ ਦੱਸਣਾ ਚਾਹੂੰਗਾ, ਯਸ਼ਪਾਲ ਐਰਾ ਜਿਹੜੇ ਉੱਤਰਾਖੰਡ ਦੇ ਟਰਾਂਸਪੋਰਟ ਮਿਨਿਸਟਰ ਨੇ, ਹੁਣੇ ਤਾਜ਼ੇ ਕਾਂਗਰਸ 'ਚ ਆਏ ਨੇ, ਭਾਜਪਾ ਛੱਡ ਕੇ। ਤੁਹਾਡਾ ਇਸ਼ਾਰਾ ਉਹਨਾਂ ਵੱਲ ਹੈ? ਬਿਲਕੁਲ। ਕਿਆ ਤਰੀਕਾ? ਅੱਛਾ, ਇਹਦਾ ਮਤਲਬ ਉਹਨਾਂ ਨੂੰ ਉਮੀਦ ਹੈ ਜਨਤਾ ਮੇਰੇ ਫਿਰ ਵੋਟ ਪਾਏਗੀ, ਮੈਂ ਫਿਰ ਮੰਤਰੀ ਮੰਡਲ ਤੇ ਆਵਾਂਗਾ। ਉਹਨਾਂ ਦੀ ਉਮੀਦ ਹੋਣੀ ਹੈ ਕਿ ਹੁਣ ਭਾਜਪਾ ਦੀ ਥਾਂ ਤੇ ਸ਼ਾਇਦ ਕਾਂਗਰਸ ਦੀ ਸਰਕਾਰ ਆਵੇ। ਉਹ ਆਪਦੇ ਆਪ ਨੂੰ ਮਾਈਂਡ ਸੈੱਟ ਕਰ ਰਹੇ ਹਨ। ਇਹਦਾ ਮਤਲਬ ਜਨਤਾ ਤਾਂ ਮੂਰਖ ਹੈ, ਜੋ ਉਹਨਾਂ ਦਾ ਮਨ ਕਰਦਾ ਉਹ ਵੱਡੇ ਲਿੱਤਲ ਹੋ ਗਈ ਉਹ ਕਰਦੇ ਨੇ। ਔਰ ਇਹ ਅੱਛਾ ਮੈਸੇਜ ਨਹੀਂ ਹੈ। ਮੈਨੂੰ ਆਮ ਜਨਤਾ ਨੂੰ ਮੇਰੇ ਇਸ ਮੈਸੇਜ ਦੇ ਦੁਆਰਾ ਜਾਗਣਾ ਚਾਹੀਦਾ ਕਿ ਇਹ ਤਰੀਕਾ ਥੋੜ੍ਹੀ ਹੈ ਜੋ ਜਿੰਦਾ ਦਿਲ ਕਰੇਗਾ ਉਹ ਕਰੇਗਾ। ਉਹ ਅੱਜ ਕਾਂਗਰਸ 'ਚ ਖੜਾ ਤਾਂ ਮੈਂ ਉਹਨੂੰ ਵੋਟ ਪਾ ਦਿਆਂ, ਕੱਲ੍ਹ ਉਹ BJP 'ਚ ਖੜਾ ਮੈਂ ਉਹਨੂੰ ਵੋਟ ਪਾ ਦਿਆਂ। ਮੈਨੂੰ ਮੇਰੇ ਵੋਟ ਦਾ ਬਹੁਤ ਤੁਹਾਡਾ ਕਹਿਣਾ ਵਾਜਿਬ ਹੈ। ਖੈਰ, ਆਪਣਾ ਟੌਪਿਕ ਹੈ ਕਿਸਾਨਾਂ ਤੋਂ ਰਿਲੇਟਿਡ ਅੱਜ, ਤੇ ਇੱਕ MSP ਦਾ ਜਿਹੜਾ ਦੱਸਿਆ ਜਾ ਰਿਹਾ ਕਿ ਸਰਕਾਰ MSP ਰੇਟ ਤੇ ਖਰੀਦ ਕਰ ਰਹੀ ਹੈ। ਤੁਸੀਂ ਦੱਸੋ ਕਿੰਨੇ ਕੁ ਪ੍ਰਤੀਸ਼ਤ MSP ਰੇਟ ਦੇ ਖਰੀਦ ਹੋ? ਚਾਵਲਾ ਸਾਹਿਬ, MSP ਗਵਰਨਮੈਂਟ ਨੇ 1940 ਦਾ ਰੇਟ ਦਿੱਤਾ ਹੈ। ਔਰ ਗਵਰਨਮੈਂਟ ਦੇ ਆંકੜੇ ਚੈੱਕ ਕਰ ਲਓ, ਇਹਨਾਂ ਦੇ ਕਿਹੜੇ ਘੰਟੇ ਤੇ ਕਿਤਨਾ ਧਾਨ ਤੁਲਿਆ। ਇਹਨਾਂ ਤੋਂ ਤੁਸੀਂ ਅਗਰ ਜੁਮਲੇਬਾਜ਼ੀ ਕਰਾਓਗੇ, ਗੱਲਾਂ ਕਰਾਓਗੇ, ਤੇ ਤਾਕਣਗੇ ਹਮਾਰੇ ਕਾਂਟੇ पे इतना, हमारे कांटे पे आप कितना, हमारे पे कुछ भी नहीं ਨਾਂਦੇ ਵਸਦਾ। ਪੰਤਨਗਰ ਕਿਆ? ਪਹਿਲੇ ਮੈਨੂੰ ਦੱਸੋ, ਸਾਡੇ ਭਾਰਤ ਦੇ ਅੰਦਰ ਧਾਨ ਹੋ ਰਿਹਾ। ਇਹਨਾਂ ਪਹਿਲੇ ਤਾਂ ਦੇਸ਼ ਨੂੰ ਵੰਡਿਆ ਹੋਇਆ, ਟੁਕੜੇ ਵੰਡੇ ਹੋਏ ਨੇ, ਸਟੇਟ ਵੰਡੇ ਹੋਏ ਨੇ। ਹੁਣ ਸੀਮਾਂਤ ਏਰੀਆ ਸਾਡਾ ਇੱਥੇ ਹਾਂ ਬਿਲਕੁਲ, ਜਿਵੇਂ UP ਬਿਲਕੁਲ 2-3 ਕਿਲੋਮੀਟਰ UP ਸ਼ੁਰੂ ਹੋ ਜਾਂਦਾ, ਤੇ ਉੱਥੇ ਦੇ ਕਿਸਾਨ ਉਹਨਾਂ ਦੇ ਲਈ ਇੱਥੇ ਕੀ ਸਹੂਲਤਾਂ ਹੈਗੀਆਂ? ਉਹੀ ਮੇਰਾ ਤੁਹਾਡੇ TV ਦੇ ਮਾਧਿਅਮ ਦੱਸਣਾ ਸੀਗਾ ਕਿ UP ਦੇ ਕਿਸਾਨ ਸਾਡੇ ਉੱਤਰਾਂਚਲ ਵਿੱਚ, ਮੈਂ ਪਿਛਲੀ ਵਾਰੀ ਵੀ ਕਿਹਾ ਸੀ, ਇਤਨਾ ਧਾਨ ਦਾ ਚਾਵਲ ਨਹੀਂ ਹੋ ਜਾਂਦਾ ਕਿ ਜਾਂ ਤੇ ਪਹਾੜ ਵਾਲੇ ਜਿਹੜੇ ਤਿਲਕ ਰਾਂਦੇ ਨਾ ਚਾਵਲ, ਉਹਨਾਂ ਵਾਸਤੇ ਪੈਦਾ ਨਹੀਂ ਹੋ ਸਕਦਾ। ਤੇ ਸਾਡੇ ਕੋਲ ਤਾਂ ਦੁਨੀਆ ਭਰ ਦਾ ਧਾਨ ਹੁੰਦਾ UP ਦਾ। ਔਰ UP ਦੇ ਧਾਨ ਇੱਕ ਚੀਜ਼ ਮੈਂ ਦੱਸਣਾ ਚਾਹੂੰਗਾ, ਕਿਉਂਕਿ ਇਹ ਜਿਹੜੀ ਬੈਲਟ ਹੈਗੀ ਆ UP ਤੇ ਉੱਤਰਾਖੰਡ ਦਾ ਬਿਲਕੁਲ ਬਾਰਡਰ ਪੈ ਜਾਂਦਾ, 2-2.5 ਕਿਲੋਮੀਟਰ ਤੋਂ UP ਸ਼ੁਰੂ ਹੋ ਜਾਂਦਾ, ਤੇ UP ਦਾ ਜਿਹੜਾ ਬਹੁਤਾਤ ਕਿਸਾਨ ਹੈ ਇਸ ਬੈਲਟ ਦੇ ਵਿੱਚ ਝੋਨਾ ਲੈ ਕੇ ਆਉਂਦਾ। ਸੋ ਉਹਦੇ ਬਾਬਤ ਹੀ ਇਹ ਜਾਣਕਾਰੀ ਦੇ ਰਹੇ ਨੇ ਜੀ। ਬਿਲਕੁਲ ਜੀ ਹਰਵਿੰਦਰ ਜੀ, ਬਿਲਾਸਪੁਰ ਤਹਿਸੀਲ ਤੇ ਬਹਿੜੀ ਤਹਿਸੀਲ, ਇਹ ਦੋ ਤਹਿਸੀਲਾਂ ਦਾ ਜਿਤਨਾ ਸੀਮਾਂਤ ਏਰੀਆ ਆਪਣੇ ਉੱਤਰਾਖੰਡ ਦੇ ਊਧਮ ਸਿੰਘ ਨਗਰ ਬਹਿਣਾ ਲੱਗਦਾ, ਸਾਰਾ ਟੋਟਲ ਧਾਨ ਸਾਡੀ ਮੰਡੀ 'ਚ ਆਉਂਦਾ। ਟੋਟਲ ਧਾਨ ਇਸ ਮੰਡੀ 'ਚ ਆਉਂਦਾ। ਔਰ ਉਸ ਧਾਨ ਦੇ ਪਾਰੂ ਸਾਨੂੰ ਇਹਨਾਂ ਨੇ ਹਾਲੀ ਗਵਰਨਮੈਂਟ ਨੇ ਕੋਈ ਪੋਰਟਲ ਨਹੀਂ ਖੋਲਿਆ, ਕਿਉਂਕਿ ਜਿਹੜਾ ਇਹਨਾਂ ਨੇ ਕੱਚੇ ਆੜਤੀਆਂ ਦੇ, ਮੈਂ ਤੁਹਾਡੇ ਜਿੰਨੇ ਤੁਹਾਨੂੰ ਸਵਾਲ ਪਤਾ ਨੇ ਉਸ ਤੋਂ ਜ਼ਿਆਦਾ ਜਿਹੜਾ ਮੇਰੀ ਜਾਣਕਾਰੀ 'ਚ ਮੈਂ ਉਹ ਵੀ ਦੱਸ ਦਿੰਦਾ। ਬਿਲਕੁਲ ਜੀ, ਬਿਲਕੁਲ ਜ਼ਰੂਰ, ਕਿਉਂਕਿ TV ਦੇ ਮਾਧਿਅਮ ਤੇ ਜਨਤਾ, ਆਮ ਜਨਤਾ ਕੋਲ ਵਾਸਤਵਿਕਤਾ ਜਾਣੀ ਚਾਹੀਦੀ ਹੈ ਕਿਸਾਨਾਂ ਦੀ। ਕਿਆ ਪਤਾ ਤੁਹਾਡੇ ਕੋਲ ਸਵਾਲ ਨਾ ਹੋਵੇ, ਮੈਨੂੰ ਪਤਾ ਹੋਵੇ ਕੀ ਸਵਾਲ ਬਣਦਾ। ਮੇਰਾ ਇਹ ਕਹਿਣਾ ਹੈ ਕਿ ਅਗਰ ਇਹਨਾਂ ਨੇ ਸੀਮਾਂਤ ਏਰੀਆ ਰੱਖਿਆ ਤਾਂ ਉਹਦੀ ਪੋਰਟਲ ਤੇ ਖਰੀਦ ਹੋਣੀ ਚਾਹੀਦੀ ਹੈ। ਉਸ ਪੋਰਟਲ ਤੇ ਸਰਕਾਰ ਨੇ ਕਿਉਂ ਨਹੀਂ ਹੁਣ ਤੱਕ ਖਰੀਦ ਕੀਤੀ? ਇਹ ਆਂਦੇ 20 ਤਰੀਕ ਤੋਂ ਖਰੀਦ ਸ਼ੁਰੂ ਹੋਏਗੀ। ਕਿਆ UP ਦਾ ਧਾਨ 20 ਤਰੀਕ ਤੋਂ ਬਾਅਦ ਪੱਕੇਗਾ? ਇਹਨਾਂ ਤੋਂ ਬੰਦਾ ਧਾਨ ਤਾਂ ਸਾਰਾ ਲਗਭਗ ਕਟੇਨਾ ਸ਼ੁਰੂ ਹੋ ਚੁੱਕਿਆ, ਆਣਾ ਸ਼ੁਰੂ ਹੋ ਗਿਆ। 30% ਧਾਨ ਮੰਡੀ 'ਚ ਆ ਚੁੱਕਿਆ।
ਔਰ ਯੂਪੀ ਵਾਲੇ ਧਾਨ ਨੂੰ ਸਰਕਾਰ ਉੱਤਰਾਂਚਲ ਦੀ ਸਰਕਾਰ ਜਾਂ ਊਧਮ ਸਿੰਘ ਨਗਰ ਦੇ ਆਖਣ ਕਿ ਅਸੀਂ ਇਹ ਯੂਪੀ ਵਾਲਾ ਧਾਨ ਸਾਡੇ ਪੋਰਟਲ ਤੇ ਨਹੀਂ ਪਕੜਦਾ। ਕਿਉਂ ਨਹੀਂ ਪਕੜਦਾ? ਅਗਰ ਉਹ ਕਿਸਾਨ ਇੱਥੇ ਧਾਨ ਲੈ ਕੇ ਆਇਆ, ਉਹਦਾ ਕਿਸਾਨ ਸਾਡਾ ਆੜਤੀਆਂ ਦਾ ਚੋਲੀ ਦਾਮਨ ਦਾ ਸਾਥ ਹੈ। ਔਰ ਕਿਸਾਨ ਅਗਰ ਮੇਰੇ ਨਾਲ ਉਹਦਾ ਵਿਵਹਾਰ ਹੈ, ਸੁੱਖ ਦੁੱਖ 'ਚ ਮੈਂ ਉਹਦੇ ਸਾਥੀ ਹਾਂ, ਜਾਂ ਮੇਰੀ ਮੰਡੀ ਹੈ, ਜਾਂ ਮੇਰੇ ਆੜਤੀ ਭਾਈ ਹਨ, ਤਾਂ ਸਾਡੀ ਮੰਡੀ ਧਾਨ ਲਿਆਏਗਾ। ਉਹਨੂੰ ਧਿਆਨ ਲਾਉਣ ਤੋਂ ਬਾਅਦ ਅਸੀਂ ਆਨੇ ਕਿ ਤੇਰੇ ਕਾਗਜ਼ ਉੱਤਰਾਂਚਲ ਦੇ ਨਹੀਂ ਹਨ, ਯੂਪੀ ਦੇ ਹਨ। ਉਹ ਵਿਚਾਰਾ ਕੀ ਕਰੇਗਾ? ਮਤਲਬ ਕਿਤੇ ਨਾ ਕਿਤੇ ਮਰਦਾ ਕਿਸਾਨ ਹੀ ਹੈ। ਬਿਲਕੁਲ, ਬਹੁਤ ਹਮਦਰਦੀ ਹੈ ਕਿਸਾਨ ਦੇ ਨਾਲ, ਔਰ ਉਹਦੀ ਤਕਲੀਫ ਦੇ ਨਾਲ ਬੜਾ ਦਰਦ ਹੈ। ਇਸ ਟਾਈਮ ਹੁਣ ਰੱਬ ਦੇ ਅੱਗੇ ਤਾਂ ਤੁਹਾਡਾ ਮੇਰਾ ਬਸ ਨਹੀਂ ਚੱਲਦਾ। ਇਹ ਜਿਹੜੀ ਚੋਟ ਪੈ ਰਹੀ ਹੈ, ਹਾਂ, ਇਹ ਹੁਣ ਜਿਵੇਂ ਬਰਸਾਤ ਬਹੁਤ ਜ਼ਿਆਦਾ ਪੈ ਰਹੀ ਹੈ, ਲਗਾਤਾਰ ਬਰਸਾਤ ਹੋ ਰਹੀ ਹੈ, ਤੇ ਇਹ ਬਰਸਾਤ ਦੇ ਲਈ ਸਰਕਾਰ ਵੱਲੋਂ ਕੋਈ ਪ੍ਰਬੰਧ ਕੀਤਾ ਗਿਆ ਕਿਸਾਨਾਂ ਨੂੰ, ਜਿਵੇਂ ਕੋਈ ਥੋੜਾ ਜਿਹਾ ਰਿਲੀਫ ਮਿਲ ਸਕੇ ਜਾਂ ਉਹਨਾਂ ਦੀ ਝੋਨੇ ਦੀ ਫਸਲ ਜਿਹੜੀ ਬੇਕਦਰੀ ਨਾ ਹੋਏ? 2 ਦਿਨ ਪਹਿਲੇ ਜੀ ਰੈੱਡ ਅਲਰਟ ਸੁਣਨ ਨੂੰ ਆ ਰਿਹਾ ਸੀ, ਔਰ ਰੈੱਡ ਅਲਰਟ ਐਸਾ ਆਇਆ, ਇੰਨਾ ਤੂਫਾਨ ਤਾਂ ਮੈਂ ਆਪਦੇ ਜੀਵਨ ਕਾਲ 'ਚ, ਮੈਨੂੰ 26 ਸਾਲ ਹੋ ਗਏ ਨੇ ਇਸ ਵਪਾਰ ਨੂੰ ਕਰਦੇ ਹੋਏ, ਅਕਤੂਬਰ ਦੇ ਮਹੀਨੇ 'ਚ ਮੈਂ ਕਦੇ ਇਸ ਜੇ ਧਾਨ ਪੱਕਿਆ ਹੁੰਦਾ, ਇਹ ਬੇਮੌਸਮੀ ਬਰਸਾਤ ਅੱਜ ਤੱਕ ਨਹੀਂ ਹੋਈ। ਇੰਨੀ ਅੱਜ ਤੱਕ 25 ਸਾਲ 'ਚ ਮੈਂ ਬਾਰਿਸ਼ ਨਹੀਂ ਵੇਖੀ। ਔਰ ਇਹ ਧਾਨ ਹੁਣ ਕਿਹੜਾ ਰੂਪ ਲੈ ਕੇ ਆਏਗਾ, ਕਿਉਂਕਿ ਹੁਣ ਇਸ ਬਾਰਿਸ਼ ਨਾਲ ਭਾਈ ਸਾਹਿਬ ਧਾਨ ਡਿੱਗੇਗਾ। ਸਰਕਾਰਾਂ ਵੱਲੋਂ ਕੋਈ ਪ੍ਰਬੰਧ ਕੀਤਾ? ਸਰਕਾਰਾਂ ਨੇ ਕੀ ਪ੍ਰਬੰਧ ਕਰਨਾ? ਬਾਰਿਸ਼ ਅਗਰ ਹੋ ਗਈ ਹੈ, ਇਹ ਤਾਂ ਨੈਚੁਰਲ ਚੀਜ਼ ਹੈ। ਸਰਕਾਰ ਨੂੰ ਅਗਰ ਸਰਕਾਰ ਜਾਗੇ, ਅਗਰ ਕਿਸਾਨ ਦੀ ਹਮਦਰਦੀ ਕਰਨਾ ਚਾਹਵੇ, ਤਾਂ ਜਿਤਨਾ ਬਚਿਆ ਹੋਇਆ ਧਾਨ ਆਵੇ ਉਹਨੂੰ ਵਾਜਿਬ ਰੇਟ ਤੇ ਕੰਡਿਆਂ ਤੇ ਤੁਲਾਵੇ, ਉਹਨਾਂ ਨੂੰ MSP ਦਿਵਾਵੇ। ਕੀ ਬੁਰਾਈ ਹੈ? ਕੋਈ ਥੋੜਾ ਜਿਹਾ ਭਲਾ ਤਾਂ ਹੋਏਗਾ ਕਮ ਸੇ ਕਮ ਕਿਸਾਨ ਦਾ। ਲੇਕਿਨ ਸਰਕਾਰਾਂ ਜੋ ਆਂਦੀਆਂ ਹਨ ਉਹ ਨਹੀਂ ਕਰਦੀਆਂ। ਜੋ ਉਹਨਾਂ ਦੇ ਕਾਗਜ਼ਾਂ, ਹੁਣ ਚੁਣਾਵੀ ਦੌਰ ਤੁਹਾਨੂੰ ਪਤਾ ਹੈ, ਅਗਲੇ 6 ਮਹੀਨੇ ਬਾਅਦ ਚੁਣਾव आ जाना, तो उन्होंने तो ਤੁਹਾਨੂੰ कहना है जी हमने 700 कांटे लगाए, हमने इतने कुंटल खरीद किया। ये सब कुछ जुमलेबाजी है जो एक्चुअल ਜ਼ਮੀਨੀ ਤੌਰ ਤੇ ਮਤਲਬ ਉਹਦਾ ਜਿਵੇਂ ਦਾਅਵੇ ਕਰਦੇ ਨੇ, ਉਹਦਾ ਬਿਲਕੁਲ ਕੋਈ ਦਾਅਵੇ ਦੂਵੇ, ਇਹਨਾਂ ਦੇ ਦਾਅਵੇ ਸਭ ਵਿਫਲ ਹੋ ਜਾਂਦੇ ਨੇ। ਖਾਲੀ ਬਸ ਸ਼ੋਸ਼ੇਬਾਜੀ ਹੈ। 4 ਜਣੇ ਆਏ ਟੀਵੀ ਤੇ ਆ ਕੇ ਜਾ ਕੇ ਪੁੱਛਣ ਨਾ ਕਿਸਾਨਾਂ ਨੂੰ, ਜਿਨ੍ਹਾਂ ਨੇ ਤੁਹਾਨੂੰ ਮੈਂ ਪੰਤ ਨਗਰ ਦੇ ਕਿਸਾਨਾਂ ਨੇ 2000 ਏਕੜ ਏਰੀਆ, 3000 ਏਕੜ ਇੱਥੇ ਧਾਨ ਲੱਗਦਾ ਪੰਤ ਨਗਰ ਏਰੀਆ 'ਚ। ਔਰ ਪੰਤ ਨਗਰ ਏਰੀਆ ਇਹ ਆਉਂਦੇ ਨੇ ਅਸੀਂ ਹਾਲੀ ਇਹਨਾਂ ਦੇ ਚਾਵਲ ਇਹਨਾਂ ਦਾ ਐਸਐਮਆਈ ਤਾਂ ਨਹੀਂ ਲਵਾਂਗੇ। ਸਰਕਾਰੀ ਬੰਦਿਆਂ ਦੁਆਰਾ ਆਖਿਆ ਗਿਆ, ਮੈਂ ਨਾਂ ਨਹੀਂ ਲੈਂਦਾ ਕਿਸੇ ਦਾ, ਉਹਨਾਂ ਦੁਆਰਾ ਆਖਿਆ ਗਿਆ ਹੈ ਕਿ ਪੰਤ ਨਗਰ ਵਿੱਚ ਕਿਸਾਨ ਨੇ ਉਦਯੋਗ ਕਰਨ ਵਾਸਤੇ ਫਸਲ ਲਈ ਹੈ, ਮਤਲਬ ਉਹ ਵਪਾਰੀ ਹੈ, ਨਾ ਕਿ ਉਹ ਕਿਸਾਨ ਹੈ। ਅਸੀਂ ਉਹਦਾ ਧਾਨ ਐਸਐਮਆਈ ਕੰਡੇ ਤੇ, ਸਰਕਾਰੀ ਕੰਡੇ ਤੇ ਨਹੀਂ ਤੁਲਾਵਾਂਗੇ। ਉਹਨੂੰ ਪੁੱਛੋ ਕਿਆ ਧਾਨ ਚਬਾਰਿਆਂ ਤੇ ਲੱਗਦਾ ਜਾਂ ਧਾਨ ਬਾਜ਼ਾਰ 'ਚ ਲੱਗਦਾ? ਅਰੇ ਜ਼ਮੀਨ ਨਾਲ, ਖੇਤੀ ਨਾਲ ਜੁੜਿਆ ਹੋਇਆ ਕਿਸਾਨ, ਜਿੰਦਾ ਕਾਰੋਬਾਰ ਕਿਸਾਨ ਹੈ। ਇੱਕ ਪਾਸੋਂ ਤਾਂ ਆਖੀਦਾ ਕਿ ਕਿਸਾਨ ਅੰਨਦਾਤਾ ਹੈ ਜਾਂ ਉਹ ਅੰਨ ਪੈਦਾ ਕਰ ਰਿਹਾ, ਦੂਜੇ ਪਾਸੋਂ ਅਸੀਂ ਆਖੀਏ ਕਿ ਤੇਰਾ ਧਾਨ ਪੰਤ ਨਗਰ ਪੈਦਾ ਹੋ ਰਿਹਾ ਜਾਂ ਤੇਰਾ ਧਾਨ ਯੂਪੀ 'ਚ ਪੈਦਾ ਹੋ ਰਿਹਾ, ਉਹ ਅਸੀਂ ਨਹੀਂ ਲੈ ਰਹੇ। ਇਹ ਕੀ ਤਰੀਕਾ ਹੈ? ਅਗਰ ਤੁਹਾਡੇ ਅੰਦਰ ਸਮਾਨਤਾ ਹੈ ਤਾਂ ਤੁਸੀਂ ਇੱਕ ਪਾਸੋਂ ਵੇਖੋ ਨਾ। ਤੁਸੀਂ ਵੀ ਲੰਮੇ ਸਮੇਂ ਤੋਂ ਕਿਸਾਨਾਂ ਨਾਲ ਜੁੜੇ ਹੋਏ ਹੋ, ਸੋਲੂਸ਼ਨ ਕੀ ਹੈ, ਸਮਾਧਾਨ ਕੀ ਹੋ ਸਕਦਾ ਹੈ ਸਰਕਾਰਾਂ ਨੂੰ, ਜੇ ਤੁਸੀਂ ਸਮਾਧਾਨ ਦੇਣਾ? ਸਮਾਧਾਨ ਇਹਨਾਂ ਨੂੰ ਪਹਿਲੇ ਨਾਲ ਹੀ ਤਿਆਰੀਆਂ ਕਰਨੀਆਂ ਚਾਹੀਦੀਆਂ। ਗੌਰਮੈਂਟ ਕੋਲ ਪੈਸਾ ਹੋਣਾ ਚਾਹੀਦਾ, ਕੋਸ਼ ਹੋਣਾ ਚਾਹੀਦਾ, ਥਾਂ ਤੇ ਵਿਵਸਥਾ ਹੋਣੀ ਚਾਹੀਦੀ ਹੈ। ਕੰਡਿਆਂ ਤੇ ਧਾਨ ਤੁਲਣਾ ਚਾਹੀਦਾ, ਉਹਨਾਂ ਦਾ ਪੈਸਾ ਉਹਨਾਂ ਨੂੰ ਸਮੇਂ ਤੇ ਮਿਲੇ, ਜਿਹਦੇ ਨਾਲ ਅਗਲੀ ਫਸਲ ਤੇ ਕਿਸਾਨਾਂ ਦਾ ਕਰਗੇ। ਇਹਨਾਂ ਤੋਂ ਪੁੱਛੋ ਸਮਾਧਾਨ, ਇਹਨਾਂ ਨੂੰ ਖਾਦ ਦੇ ਕੱਟੇ ਦਾ ਰੇਟ ਬਣਾਉਣ ਦਾ ਤਾਂ ਪਤਾ? ਇਹਨਾਂ ਕੋਲ ਪੁੱਛੋ DAP ਦਾ ਕੀ ਰੇਟ ਹੈ। ਖਾਦ ਫਰਟੀਲਾਈਜ਼ਰ ਦੁਕਾਨ ਵਾਲੇ ਕੋਲ ਤੁਸੀਂ ਚਲੇ ਜਾਓ ਭਾਈ ਸਾਹਿਬ, ਉਹ ਇੱਕ ਕੱਟੇ ਤੇ ਕਿਸਾਨ ਦਾ ਅੰਗੂਠਾ ਲਾ ਕੇ ਵੇਚੇਗਾ। ਪਹਿਲਾਂ ਦੱਸੋ ਖਾਦ ਜਿਹੜੀ ਹੈ ਕਿਆ ਉਹ ਚਾਹ 'ਚ ਪਾਉਣ ਵਾਸਤੇ ਹੁੰਦੀ ਹੈ? ਖਾਦ ਦਾ ਯੂਟੀਲਾਈਜ਼ ਕੀ ਹੈ? ਕਿਸਾਨਾਂ ਨੇ ਚਾਹ 'ਚ ਪਾਣੀ ਹੈ ਜਾਂ ਰੋਟੀ 'ਚ ਪਾਣੀ? ਜਿਵੇਂ ਦੱਸਿਆ ਖਾਦ ਦਾ ਯੂਟੀਲਾਈਜ਼ ਕੀਤੇ ਹੋਰ ਵੀ ਕੰਮਾਂ ਤੇ ਪਹਿਲਾਂ ਕੀਤਾ ਜਾ ਰਿਹਾ ਸੀ। ਹੁੰਦਾ ਹੈ ਉਹਨਾਂ ਫੈਕਟਰੀਆਂ ਤੇ ਇਹਨਾਂ ਨੂੰ ਤਾਲੇ ਲਾਵਣ, ਉਹਨਾਂ ਫੈਕਟਰੀਆਂ ਦੀ ਦੇਖ ਰੇਖ, ਉਹਨਾਂ ਦਾ ਡਿਪਾਰਟਮੈਂਟ ਬਦਲ, ਉਹਨਾਂ ਨੂੰ ਦੇਵਣ ਨਾ 2000 ਦਾ ਕੱਟਾ। ਕਿਹਨੇ ਮਨਾ ਕੀਤਾ? ਸਰਕਾਰ ਨੂੰ ਅਸੀਂ ਸੰਦੇਸ਼ ਦਿੰਦੇ ਹਾਂ, ਲਾਵਣ ਉਹਨਾਂ ਵਾਸਤੇ 1000 ਦਾ ਕੱਟਾ, ਕਿਉਂਕਿ ਵਪਾਰ ਕਰ ਰਹੇ ਹਨ। ਤੁਸੀਂ ਕਿਸਾਨ ਅਗਰ ਖੱਟਾ ਲਵਣ ਆਇਆ, ਉਹਦਾ ਆਧਾਰ ਕਾਰਡ ਦਿਓ। ਖਾਦ ਵਾਲੇ ਵੀ ਮਤਲਬ ਘੁੰਮ ਫਿਰ ਕੇ ਜਿਹੜੀ ਗਾਜ ਉਹ ਕਿਸਾਨ ਤੇ ਹੀ ਗਿਰ ਰਹੀ ਹੈ। ਬਸ ਸਾਰਾ ਕੁਝ ਕਿਸਾਨ ਤੇ, ਜਿਤਨਾ ਸਰੀਰ ਦਾ ਵੈਸੇ ਤਾਂ ਆਂਦੇ ਨਾ ਇਨਸਾਨ ਦੇ ਪੈਰਾਂ ਤੇ ਸਾਰੇ ਸਰੀਰ ਦਾ ਬੋਝ ਹੁੰਦਾ, ਤੇ ਮੈਨੂੰ ਲੱਗਦਾ ਹੈ ਸਾਰੇ ਦੇਸ਼ ਦਾ ਬੋਝ ਹੀ ਕਿਸਾਨਾਂ ਤੇ ਹੀ ਪਾਉਣ ਲੱਗੇ, ਸਰੀਰ ਵਾਲਾ ਬੋਝ ਨਹੀਂ ਹੈ। ਬੱਲੂ ਜੀ, ਤੁਸੀਂ ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਹੈ। ਅਸੀਂ ਚਾਹੁੰਦੇ ਕਿ ਇੰਟਰਵਿਊ ਜ਼ਿਆਦਾ ਵੱਡਾ ਨਾ ਕਰੀਏ, ਤੇ ਅਸੀਂ ਬਹੁਤ ਜਲਦੀ ਫਿਰ ਦੁਬਾਰਾ ਰੂਬਰੂ ਹੋਵਾਂਗੇ ਸਾਰੇ ਇੱਥੇ ਦੇ ਵਾਸਤਵਿਕਤਾ ਲੈ ਕੇ। ਆਖਰ ਜਾਂਦੇ ਜਾਂਦੇ ਕੁਝ ਗੱਲ ਤੁਸੀਂ ਰਹਿ ਗਏ ਜਿਹੜੀ ਕਹਿਣਾ ਚਾਹੋ ਘੱਟ ਸ਼ਬਦਾਂ ਦੇ ਵਿੱਚ? ਬਸ ਜੀ, ਐਸਾ ਨਾ ਜਿੰਨਾ ਇਸ TV ਦੇ ਮਾਧਿਅਮ ਤੇ ਤੁਸੀਂ ਸਮੇਂ ਨਾਲ ਸੇਵਾਵਾਂ ਦਿੰਦੇ ਹੋ ਔਰ ਲੋਕਾਂ ਨੂੰ ਮੈਸੇਜ ਦਿੰਦੇ ਹੋ, ਔਰ ਸਾਡੇ ਮੈਸੇਜ ਦੁਆਰਾ ਲੋਕਾਂ ਤੱਕ ਇੱਕ ਮੈਸੇਜ ਜਾਂਦਾ ਕਿ ਭਾਈ ਮੇਰਾ ਸਾਰੇ ਕਿਸਾਨਾਂ ਨੂੰ ਨਿਵੇਦਨ ਹੈ ਫਸਲ ਪਕਾ ਕੇ ਵਡਾਵਨ। ਲੇਕਿਨ ਅੱਜ ਮੈਂ ਆਪਦੇ ਸ਼ਬਦ ਆਏ ਆਣਾ ਕਿ ਅਗਰ ਉਹ ਵਡਾਵਨ ਪਕਾ ਜਿਤਨਾ ਕਟੀ ਗਿਆ, ਅਗਰ ਉਹ ਪਕਾਵਨ ਦਾ ਇੰਤਜ਼ਾਰ ਕਰਦੇ ਤਾਂ ਰੱਬ ਨੇ ਤਾਂ ਇਹ ਵੀ ਨਹੀਂ ਜਾਣ ਦੇਣੀ ਸੀ। ਤਾਂ ਕੁਝ ਸਮਝ ਨਹੀਂ ਹੁੰਦਾ। ਬਾਕੀ ਭਈਆ ਰੱਬ ਦਾ ਨਾਂ ਲਿਆ ਜਾਵੇ ਤਾਂ ਜੋ ਹੈ ਸਮੇਂ ਨਾਲ ਠੀਕ ਚੱਲ ਰਿਹਾ। ਸਰਕਾਰ ਵੀ ਜਾਗਰੂਕ ਰਹੇ, ਥੋੜਾ ਜਿਹਾ ਕਿਸਾਨਾਂ ਦੇ ਬਾਰੇ ਸੋਚੇ ਤਾਂ ਸਭ ਕੁਝ ਠੀਕ ਹੋ ਸਕਦਾ। ਬਿਲਕੁਲ ਜੀ, ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਦੇ ਤੋਂ ਰਿਲੇਟਡ ਜਿਹੜੇ ਸਰਕਾਰੀ ਕਰਮਚਾਰੀ ਹੈਗੇ ਜਾਂ ਕੋਈ ਆਫੀਸਰ ਹੈਗੇ, ਉਹਨਾਂ ਦੇ ਨਾਲ ਰੂਬਰੂ ਹੋਵਾਂਗੇ, ਤੇ ਭਾਜਪਾ ਨੇਤਿਆਂ ਦੇ ਨਾਲ ਜ਼ਰੂਰ ਰੂਬਰੂ ਹੋਵਾਂਗੇ ਜਿਨ੍ਹਾਂ ਨੇ ਵੱਡੇ ਵੱਡੇ ਦਾਅਵੇ ਕੀਤੇ ਨੇ ਕਿ ਕਿਸਾਨਾਂ ਦੇ ਲਈ ਹਰ ਜਿਹੜੀ ਸੁਵਿਧਾ ਹੈਗੀ ਹੈ ਉਹਨਾਂ ਦੀ ਸਰਕਾਰ ਵੱਲੋਂ ਮੁਹੱਈਆ ਕਰਾਈ ਗਈ ਹੈ। ਸੋ ਹਰਵਿੰਦਰ ਸਿੰਘ ਚਾਵਲਾ ਦੇ ਨਾਲ ਤੁਸੀਂ ਦੇਖ ਰਹੇ ਸੀ ਰੁਦਰਪੁਰ ਤੋਂ ਆੜਤੀ ਐਸੋਸੀਏਸ਼ਨ ਰਾਜੇਸ਼ ਘੀਗ, ਬੱਲੂ ਘੀਗ ਜੀ ਦੇ ਨਾਲ ਪੂਰੀ ਵਾਰਤਾ ਜਿਹੜੀ ਆਪਾਂ ਤੁਹਾਨੂੰ ਦਿਖਾਈ ਹੈ। ਸੋ ਧੰਨਵਾਦ ਕਰਦੇ ਹਾਂ ਬੱਲੂ ਘੀਗ ਜੀ ਦਾ, ਜਿਨ੍ਹਾਂ ਨੇ ਸਾਨੂੰ ਸਮਾਂ ਦਿੱਤਾ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਫਿਰ ਰੂਬਰੂ ਹੋਵਾਂਗੇ। ਧੰਨਵਾਦ ਜੀ ਬੱਲੂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਦੇਖ ਰਹੇ ਸੀ ਹਰਵਿੰਦਰ ਸਿੰਘ ਚਾਵਲਾ ਦੇ ਨਾਲ ਸਿੱਖ ਸੰਗਤ ਨਿਊਜ਼। ਧੰਨਵਾਦ ਜੀ।